ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ, ਆਪ ਜੀ ਦੇ ਨਾਲ ਭਗਤ ਸਦਨਾ ਜੀ ਦੀ ਸਾਖੀ ਸਾਂਝੀ ਕਰਨ ਲੱਗੇ ਹਾਂ। ਭਗਤ ਸਦਨਾ ਜੀ ਕਸਾਈ ਜਾਤ ਦੇ ਸਨ। ਇਹ ਭਗਤ ਜੀ ਸਿੰਧ ਦੇ ਇਲਾਕੇ ਦੇ ਰਹਿਣ ਵਾਲੇ ਸਨ। ਇਹਨਾਂ ਦੇ ਪਿਤਾ ਪੁਰਖੀ ਕਸਾਈ ਪੁਣੇ ਦਾ ਕੰਮ ਕਰਨ ਵਾਲੇ ਸਨ। ਇਸ ਲਈ ਸਦਨਾ ਜੀ ਵੀ ਪਿਤਾ ਦੇ ਨਾਲ ਹੀ ਦੁਕਾਨ ਤੇ ਇਸੇ ਕੰਮ ਵਿੱਚ ਹੀ ਲੱਗ ਪਏ ਅਤੇ ਪਿਤਾ ਮਗਰੋਂ ਵੀ ਇਸੇ ਕੰਮ ਵਿੱਚ ਹੀ ਲੱਗੇ ਰਹੇ। ਭਾਵੇਂ ਇਹ ਕੰਮ ਆਪ ਕਰਦੇ ਸਨ, ਪਰ ਫਿਰ ਵੀ ਆਮ ਵੇਖਣ ਵਿੱਚ ਹਰ ਵੇਲੇ ਸ਼ੰਕਾ ਹੀ ਰਹਿੰਦਾ ਸੀ ਕਿ ਇਹ ਕੰਮ ਪਾਪ ਕਰਮ ਹੈ। ਪਰ ਹੋਰ ਕੋਈ ਕੰਮ ਨਾ ਜਾਣਨ ਕਰਕੇ ਫਿਰ ਵੀ ਇਸੇ ਕੰਮ ਵਿੱਚ ਲੱਗੇ ਰਹੇ। ਇਸ ਸ਼ੰਕੇ ਵਿੱਚ ਆਪ ਦੇ ਮਨ ਵਿੱਚ ਬੇਹਬਲਤਾਈ ਕਈ ਵਾਰੀ ਬੜੀ ਵੱਧ ਜਾਂਦੀ ਸੀ ਤੇ ਆਪ ਭਿੱਖਿਆ ਮੰਗ ਕੇ ਗੁਜ਼ਰਾਨ ਕਰਨ ਲਈ ਵੀ ਤਿਆਰ ਹੋ ਜਾਂਦੇ। ਪਰ ਜਿਸ ਗੱਲ ਨੇ ਉਹਨਾਂ ਦੇ ਜੀਵਨ ਵਿੱਚ ਪਲਟਾ ਲਿਆਉਣਾ ਸੀ, ਤੇ ਐਸਾ ਪਲਟਾ ਲਿਆਉਣਾ ਸੀ ਕਿ ਭਗਤੀ ਤੇ ਦਰਜੇ ਤੱਕ ਹੀ ਪਹੁੰਚਾ ਦੇਣਾ ਸੀ, ਉਹ ਕਾਫੀ ਦੇਰ ਮਗਰੋਂ ਹੋਈ ਦੱਸਦੇ ਹਨ। ਇਹ ਇੱਕ ਵੀਰ ਆਪ ਮਾਸ ਖਤਮ ਕਰਕੇ ਅੰਦਰ ਬੈਠੇ ਸਨ ਕਿ ਰਾਜੇ ਦੇ ਬਾਵਰਚੀ ਨੂੰ ਰਾਜੇ ਦੇ ਕੁਝ ਪ੍ਰਾਹੁਣੇ ਆਉਣ ਤੇ ਮਾਸ ਦੀ ਲੋੜ ਪੈ ਗਈ। ਰਾਜੇ ਨੇ ਆਪਣਾ ਆਦਮੀ ਸਦਨੇ ਤੋਂ ਮਾਸ ਲੈਣ ਲਈ ਭੇਜਿਆ, ਪਰ ਮਾਸ ਤਾਂ ਖਤਮ ਹੋ ਚੁੱਕਾ ਸੀ। ਉਹ ਆਦਮੀ ਮੁੜ ਗਿਆ ਤਾਂ ਰਾਜੇ ਨੇ ਫਿਰ ਕਿਹਾ ਕਿ ਮਾਸ ਜ਼ਰੂਰ ਚਾਹੀਦਾ ਹੈ, ਇਸ ਲਈ ਸਦਨੇ ਨੂੰ ਕਹੋ ਕਿ ਹੋਰ ਬੱਕਰਾ ਬਣਾ ਲਵੇ ਜਾਂ ਥੋੜਾ ਜਿਹਾ ਕਿਤੋਂ ਹੋਰ ਥਿਓਂ ਲਿਆ ਦੇਵੇ। ਰਾਜੇ ਦੇ ਆਦਮੀ ਨੇ ਸਦਨੇ ਨੂੰ ਫਿਰ ਜਾ ਕੇ ਕਿਹਾ। ਸਦਨੇ ਨੇ ਦੂਜੀ ਦੁਕਾਨ ਤੋਂ ਪੁੱਛਿਆ ਤਾਂ ਉੱਥੋਂ ਵੀ ਨਾ ਲੱਭਿਆ। ਫਿਰ ਵਾਪਸ ਸਦਨੇ ਦੀ ਆਪਣੀ ਦੁਕਾਨ ਤੇ ਆਇਆ। ਸਦਨੇ ਸੋਚਿਆ ਕਿ ਜੇ ਬੱਕਰਾ ਹੁਣ ਮਾਰਿਆ ਤਾਂ ਇਹ ਕੱਲ ਤੱਕ ਖਰਾਬ ਹੋ ਜਾਵੇਗਾ, ਇਸ ਲਈ ਕੀ ਕੀਤਾ ਜਾਵੇ। ਰਾਜੇ ਨੂੰ ਵੀ ਮਾਸ ਜ਼ਰੂਰ ਚਾਹੀਦਾ ਹੈ। ਇੱਕ ਦਲੀਲ ਸਦਨਾ ਜੀ ਦੇ ਮਨ ਵਿੱਚ ਆਈ ਤੇ ਇਸੇ ਦਲੀਲ ਨੇ ਹੀ ਕਾਰਨ ਤੋਂ ਕਾਰਨ ਬਣਾ ਕੇ ਸਦਨਾ ਜੀ ਦੇ ਜੀਵਨ ਵਿੱਚ ਪਲਟਾ ਲਿਆਂਦਾ। ਸਦਨਾ ਜੀ ਨੇ ਸੋਚਿਆ ਕਿ ਹੋਵੇ ਨਾ ਤਾਂ ਬੱਕਰੇ ਦੀ ਇੱਕ ਲੱਤ ਵੱਢ ਕੇ ਉਸ ਦਾ ਮਾਸ ਕੱਢ ਕੇ ਰਾਜੇ ਨੂੰ ਭੇਜ ਛੱਡੀਏ। ਲੱਤ ਵੱਢ ਕੇ ਬੱਕਰੇ ਨੂੰ ਘੁੱਟ ਕੇ ਲੀਰ ਬੰਨ੍ਹ ਦਿੰਦਾ ਹਾਂ ਤੇ ਫਿਰ ਸਵੇਰੇ ਇਸ ਨੂੰ ਮਾਰ ਕੇ ਬਾਕੀ ਮਾਸ ਵੇਚ ਲਵਾਂਗੇ। ਇਸ ਤਰ੍ਹਾਂ ਰਾਜੇ ਦੀ ਲੋੜ ਵੀ ਪੂਰੀ ਹੋ ਜਾਵੇਗੀ ਤੇ ਮੇਰਾ ਨੁਕਸਾਨ ਵੀ ਨਹੀਂ ਹੋਵੇਗਾ। ਇਹ ਸੋਚ ਕੇ ਸਦਨਾ ਜੀ ਨੇ ਛੁਰੀ ਫੜੀ ਤੇ ਬੱਕਰੇ ਦੇ ਕੋਲ ਚਲੇ ਗਏ। ਪਿਛਲੀ ਲੱਤ ਦੇ ਕੋਲ ਬੈਠ ਕੇ ਛੁਰੀ ਚਲਾਉਣ ਲੱਗੇ ਕਿ ਬੱਕਰੇ ਨੇ ਵੀ ਸਦਨੇ ਜੀ ਵੱਲ ਵੇਖਿਆ। ਵੇਖ ਕੇ ਬੱਕਰਾ ਫਿਰ ਖਿੜਖੜਾ ਕੇ ਹੱਸ ਪਿਆ। ਬੱਕਰਾ ਕਦੀ ਹੱਸਦਾ ਨਹੀਂ, ਸਗੋਂ ਮਰਨ ਲੱਗੇ ਤੜਫਦਾ ਤੇ ਮੈਂ ਕਰਦਾ ਹੈ। ਪਰ ਇਸ ਬੱਕਰੇ ਨੂੰ ਹੱਸਦਿਆਂ ਵੇਖ ਕੇ ਸਦਨਾ ਜੀ ਹੈਰਾਨ ਹੋ ਗਏ। ਪਰ ਹੋਰ ਹੈਰਾਨੀ ਵਾਲੀ ਗੱਲ ਇਹ ਹੋਈ ਕਿ ਬੱਕਰੇ ਦੀ ਜ਼ੁਬਾਨ ਖੁੱਲੀ ਤੇ ਉਸਨੇ ਆਦਮੀਆਂ ਵਾਲੀ ਬੋਲੀ ਬੋਲ ਕੇ ਆਖਿਆ, ਸਦਨੇ, ਇਹ ਤੂੰ ਨਵੀਂ ਭਾਜੀ ਪਾਉਣ ਲੱਗਾ ਹੈ। ਇਹੋ ਕੀ? ਇਹੋ ਹੀ ਕਿ ਅੱਗੇ ਕਦੀ ਤੂੰ ਬੱਕਰਾ ਬਣਦਾ ਤੇ ਮੈਂ ਤੈਨੂੰ ਮਾਰਦਾ, ਤੇ ਕਦੀ ਮੈਂ ਬੱਕਰਾ ਬਣਦਾ ਤੇ ਤੂੰ ਮੈਨੂੰ ਮਾਰਦਾ। ਪਰ ਅੱਜ ਤੂੰ ਮੈਨੂੰ ਇੱਕ ਪਾਸਿਓਂ ਵੱਢ ਕੇ ਜ਼ਖਮੀ ਰੱਖ ਕੇ ਜਿਉਂਦਾ ਰੱਖਣਾ ਚਾਹੁੰਦਾ ਹੈ। ਪਰ ਸੋਚ ਲੈ, ਇਹ ਨਵੀਂ ਭਾਜੀ ਹੈ, ਫਿਰ ਤੈਨੂੰ ਵੀ ਇਸੇ ਤਰ੍ਹਾਂ ਜ਼ਖਮੀ ਹਾਲਤ ਵਿੱਚ ਜਿਉਣਾ ਪਵੇਗਾ।
ਸਦਨਾ ਜੀ ਅੱਗੇ ਤਾਂ ਬੱਕਰੇ ਦੇ ਬੋਲਣ ਤੇ ਹੱਸਣ ਤੇ ਹੀ ਹੈਰਾਨ ਸਨ, ਪਰ ਹੁਣ ਇਹ ਗੱਲ ਸੁਣ ਕੇ ਤਾਂ ਉਹ ਅਸਚਰਜ ਹੋ ਗਏ ਤੇ ਸ਼ੰਕਾ ਜਿਹੜਾ ਮਨ ਵਿੱਚ ਰਹਿੰਦਾ ਸੀ ਕਿ ਪਾਪ ਕਰਦਾ ਹਾਂ, ਝੱਟ ਇਸ ਦੀ ਮਿਸਾਲ ਪ੍ਰਤੱਖ ਹੋ ਗਈ। ਹੁਣ ਤਾਂ ਛੁਰੀ ਸਦਨਾ ਜੀ ਦੇ ਹੱਥੋਂ ਡਿੱਗ ਪਈ। ਜਦੋਂ ਛੁਰੀ ਡਿੱਗੀ ਤਾਂ ਸਦਨਾ ਜੀ ਪਿੱਛੇ ਹੋ ਕੇ ਸੋਚਣ ਲੱਗੇ, ਹੁਣ ਇਹ ਕੰਮ ਮੈਂ ਨਹੀਂ ਕਰਾਂਗਾ। ਇਹ ਵਿਚਾਰ ਬਣਾ ਕੇ ਵਾਪਸ ਪਰਤ ਆਏ ਤੇ ਰਾਜੇ ਦੇ ਆਦਮੀ ਨੂੰ ਕਿਹਾ ਕਿ ਹੁਣ ਮੈਂ ਇਹ ਕੰਮ ਛੱਡ ਦਿੱਤਾ ਹੈ। ਰਾਜਾ ਆਪਣੇ ਆਦਮੀ ਕੋਲੋਂ ਸਦਨੇ ਦਾ ਸੁੱਕਾ ਜਵਾਬ ਸੁਣ ਕੇ ਬੜਾ ਰੋਸ ਵਿੱਚ ਆ ਗਿਆ ਤੇ ਸਦਨੇ ਨੂੰ ਉਸੇ ਵੇਲੇ ਫੜ ਕੇ ਜੇਲ੍ਹ ਵਿੱਚ ਡੱਕਣ ਦਾ ਹੁਕਮ ਦੇ ਦਿੱਤਾ। ਕਈਆਂ ਨੇ ਜੇਲ੍ਹ ਵਿੱਚ ਡੱਕਣ ਦਾ ਕੋਈ ਹੋਰ ਕਾਰਨ ਦੱਸਿਆ ਹੈ ਕਿ ਇੱਕ ਵਿਭਚਾਰਨ ਇਸਤਰੀ ਦੇ ਇਹ ਦੋਸ਼ ਲਾਉਣ ਤੇ ਕਿ ਇਹਨਾਂ ਨੇ ਉਸਦੇ ਪਤੀ ਨੂੰ ਮਾਰ ਦਿੱਤਾ ਹੈ ਤਾਂ ਰਾਜੇ ਨੇ ਜੇਲ੍ਹ ਵਿੱਚ ਡੱਕਿਆ ਸੀ ਤੇ ਕਸਾਈਪੁਣੇ ਦਾ ਕੰਮ ਪਹਿਲੇ ਹੀ ਛੱਡ ਦਿੱਤਾ ਸੀ। ਪਰ ਆਮ ਮਸ਼ਹੂਰ ਸਾਖੀ ਬੱਕਰੇ ਦੇ ਹੱਸਣ ਵਾਲੀ ਹੀ ਹੈ। ਸੋ ਦੱਸਦੇ ਹਨ ਕਿ ਰਾਜੇ ਨੇ ਸਦਨਾ ਜੀ ਨੂੰ ਜ਼ਮੀਨ ਵਿੱਚ ਗੱਡ ਕੇ ਸਿਰ ਕਤਲ ਕਰ ਦੇਣ ਦਾ ਹੁਕਮ ਦੇ ਦਿੱਤਾ। ਇਹ ਹੁਕਮ ਸੁਣ ਕੇ ਸਦਨਾ ਜੀ ਨੂੰ ਬੜਾ ਦੁੱਖ ਹੋਇਆ ਤੇ ਇਸੇ ਦੁੱਖ ਸਮੇਂ ਹੀ ਉਹਨਾਂ ਨੇ ਈਸ਼ਵਰ ਨੂੰ ਐਸੀ ਲਗਨ ਨਾਲ ਅਰਾਧਿਆ ਕਿ ਭਗਵਾਨ ਆਪ ਉਸ ਦੀ ਸਹਾਇਤਾ ਲਈ ਪ੍ਰਤੱਖ ਹੋ ਗਏ। ਉਹਨਾਂ ਦਾ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਦੇ ਪਾਵਨ ਅੰਗ 858 ਤੇ ਰਾਗ ਬਿਲਾਵਲ ਦੇ ਵਿੱਚ ਦਰਜ ਹੈ। ਭਗਤ ਸਦਨਾ ਜੀ ਦਾ ਇਹ ਬਚਨ, ਨਿਰਪ ਕੰਨਿਆ ਕੇ ਕਾਰਨੈ ਇਕ ਭਇਆ ਭੇਖ ਧਾਰੀ, ਕਾਮਾਰਥੀ ਸੁਆਰਥੀ ਵਾਕੀ ਪੈਜ ਸਵਾਰੀ, ਤਵ ਗੁਣ ਕਹਾ ਜਗਤ ਗੁਰਾ, ਜੋ ਕਰਮ ਨ ਨਾਸੈ, ਸਿੰਘ ਸਰਨ ਕਤ ਜਾਈਐ, ਜੋ ਜੰਬਕ ਗ੍ਰਾਸੈ ਰਹਾਉ, ਏਕ ਬੂੰਦ ਜਲ ਕਾਰਨੇ, ਚਾਤ੍ਰਿਕ ਦੁਖ ਪਾਵੈ, ਪ੍ਰਾਨ ਗਏ ਸਾਗਰ ਮਿਲੈ, ਫੁਨ ਕਾਮ ਨ ਆਵੈ, ਪ੍ਰਾਨ ਜੋ ਥਾਕੇ ਥਿਰ ਨਹੀਂ, ਕੈਸੇ ਬਿਰਮਾਵੋ, ਬੂੜ ਮੁਵੇ ਨੌਕਾ ਮਿਲੈ, ਕਹੋ ਕਾਹੇ ਰੀ ਚੜਾਵੋ, ਬੂੜ ਮੁਵੇ ਨੌਕਾ ਮਿਲੈ, ਕਹੋ ਕਾਹੇ ਚੜਾਵੋ, ਮੈਂ ਨਾਹੀ ਕਛ ਹਉ ਨਹੀਂ, ਕਿਛ ਆਹੇ ਨ ਮੋਰਾ, ਅਵਸਰ ਲੱਜਾ ਰਾਖ ਲੇਹੋ, ਸਦਨਾ ਜਨ ਤੋਰਾ, ਮੈਂ ਨਾਹੀ ਕਛ ਹਉ ਨਹੀਂ, ਕਿਛ ਆਹੇ ਨ ਮੋਰਾ, ਅਵਸਰ ਲੱਜਾ ਰਾਖ ਲੇਹੋ, ਸਦਨਾ ਜਨ ਤੋਰਾ। ਦੱਸਦੇ ਹਨ ਕਿ ਭਗਤ ਸਦਨਾ ਜੀ ਜਦ ਲਗਨ ਨਾਲ ਵਾਹਿਗੁਰੂ ਨਾਲ ਜੁੜੇ ਤਾਂ ਉਹਨਾਂ ਨੂੰ ਉਸ ਸਮੇਂ ਆਕਾਸ਼ਬਾਣੀ ਹੋਈ ਕਿ ਸਦਨੇ, ਇਹ ਤੇਰੇ ਕਰਮਾਂ ਦਾ ਫਲ ਹੈ, ਚੁੱਪ ਕਰਕੇ ਹੁਣ ਭੋਗਦਾ ਕਿਉਂ ਨਹੀਂ? ਸਦਨਾ ਜੀ ਨੇ ਕਿਹਾ, ਹੇ ਪ੍ਰਭੂ, ਫਿਰ ਤੇਰੀ ਕੀ ਵਡਿਆਈ ਹੋਈ? ਭਗਤ ਜੀ ਨੇ ਪਹਿਲੀ ਤੁਕ ਵਿੱਚ ਦੱਸਿਆ ਹੈ ਕਿ ਹੇ ਭਗਵਾਨ, ਤੁਸਾਂ ਤਾਂ ਇੱਕ ਰਾਜੇ ਦੀ ਸੁੰਦਰ ਲੜਕੀ ਬਦਲੇ ਭੇਖ ਧਾਰੀ ਬਣਨ ਵਾਲੇ ਦੀ
ਪੈਜ ਰੱਖੀ ਹੈ, ਜਿਸ ਨੂੰ ਕਿ ਸਿਰਫ ਕਾਮ ਸਵਾਦ ਦਾ ਹੀ ਲਾਲਚ ਸੀ। ਸਦਨਾ ਜੀ ਦੀ ਇਸ ਮਿਸਾਲ ਵਾਲੀ ਸਾਖੀ ਇਉਂ ਹੈ ਕਿ ਇੱਕ ਵਾਰੀ ਇੱਕ ਰਾਜੇ ਦੀ ਲੜਕੀ ਨੂੰ ਸੁਪਨੇ ਵਿੱਚ ਸ੍ਰੀ ਵਿਸ਼ਨੂੰ ਜੀ ਦੇ ਦਰਸ਼ਨ ਹੋਏ ਤੇ ਉਸਨੇ ਪ੍ਰਣ ਕਰ ਲਿਆ ਕਿ ਮੈਂ ਵਿਆਹ ਹੀ ਵਿਸ਼ਨੂੰ ਜੀ ਨਾਲ ਕਰਾਉਣਾ ਹੈ। ਰਾਜੇ ਨੇ ਬਥੇਰਾ ਜ਼ੋਰ ਲਾਇਆ ਕਿ ਵਿਸ਼ਨੂੰ ਜੀ ਤੈਨੂੰ ਕਿਵੇਂ ਵਿਆਹੁਣ ਲਈ ਆਉਣਗੇ। ਉਹਨਾਂ ਦੀ ਇਸਤਰੀ ਤਾਂ ਸਭ ਪਦਾਰਥਾਂ ਦੀ ਮਾਲਕ ਲక్ష్ਮੀ ਹੈ, ਉਹ ਭਲਾ ਤੇਰੇ ਲਈ ਕਿਸ ਤਰ੍ਹਾਂ ਆਉਣਗੇ। ਪਰ ਲੜਕੀ ਦੇ ਨਾ ਮੰਨਣ ਤੇ ਰਾਜੇ ਨੇ ਇਹੀ ਗੱਲ ਮਸ਼ਹੂਰ ਕਰ ਦਿੱਤੀ ਕਿ ਮੇਰੀ ਲੜਕੀ ਵਿਸ਼ਨੂੰ ਨਾਲ ਹੀ ਵਿਆਹ ਕਰਾਏਗੀ। ਜਦ ਇਹ ਗੱਲ ਚਾਰੋਂ ਤਰਫਾਂ ਪ੍ਰਗਟ ਹੋ ਗਈ ਤਾਂ ਇੱਕ ਸਿਆਣੇ ਤਰਖਾਣ ਨੇ, ਜੋ ਕੰਮ ਕਰਨ ਦਾ ਬੜਾ ਕਾਰੀਗਰ ਸੀ, ਉਸ ਨੂੰ ਇਸ ਲੜਕੀ ਦੇ ਪ੍ਰਾਪਤ ਕਰਨ ਦਾ ਮਨ ਵਿੱਚ ਚਾਉ ਪੈਦਾ ਹੋਇਆ। ਉਸਨੇ ਕੀ ਕੀਤਾ, ਇੱਕ ਲੱਕੜ ਦਾ ਗਰੜ ਬਣਾਇਆ, ਜਿਸ ਵਿੱਚ ਇਹੋ ਜਿਹੀ ਮਸ਼ੀਨ ਬਣਾਈ ਕਿ ਉਹ ਗਰੜ ਵਾਂਗ ਉੱਪਰ ਉੱਡਣ ਲੱਗਾ। ਫਿਰ ਉਸਨੇ 2 ਨਕਲੀ ਲੱਕੜ ਦੀਆਂ ਬਾਹਾਂ ਬਣਾਈਆਂ, ਫਿਰ ਪੂਰਾ ਵਿਸ਼ਨੂੰ ਦਾ ਸਾਂਗ ਬਣਾ ਕੇ ਉੱਡਿਆ ਤੇ ਰਾਜੇ ਦੇ ਮਹੱਲਾਂ ਦੇ ਉੱਤੇ ਆ ਉਤਰਿਆ। ਰਾਜੇ ਨੂੰ ਪਤਾ ਲੱਗਾ, ਰਾਣੀ ਨੇ ਵੀ ਦੇਖਿਆ ਤਾਂ ਲੜਕੀ ਸਮੇਤ ਸਭ ਚਰਨੀ ਆ ਲੱਗੇ। ਇਸ ਨੇ ਗਰੜ ਵੱਲ ਨਾ ਤੱਕਿਆ, ਨਾ ਉਸਦੇ ਨਕਲੀ ਧਨ ਦਾ ਹੀ ਖਿਆਲ ਆਇਆ। ਬੜੀ ਧੂਮ-ਧਾਮ ਨਾਲ ਇਸ ਨਕਲੀ ਵਿਸ਼ਨੂੰ ਨਾਲ ਰਾਜੇ ਤੇ ਰਾਣੀ ਨੇ ਆਪਣੀ ਲੜਕੀ ਦਾ ਵਿਆਹ ਕਰ ਦਿੱਤਾ। ਬੜੀਆਂ ਖੁਸ਼ੀਆਂ ਹੋਈਆਂ। ਦੱਸਦੇ ਹਨ ਸਾਧ ਸੰਗਤ ਜੀ, ਰਾਜੇ ਨੇ ਆਪਣਾ ਜਵਾਈ ਵਿਸ਼ਨੂੰ ਬਣਿਆ ਜਾਣ ਕੇ ਸਭ ਫੌਜੀ ਸਿਪਾਹੀ ਹਟਾ ਦਿੱਤੇ। ਉਸ ਨੇ ਸੋਚਿਆ ਕਿ ਹੁਣ ਮੇਰਾ ਕੋਈ ਕੀ ਵਿਗਾੜ ਸਕਦਾ ਹੈ, ਜਦ ਸਭ ਸ਼ਕਤੀਆਂ ਦਾ ਮਾਲਕ ਵਿਸ਼ਨੂੰ ਹੀ ਮੇਰਾ ਸਹਾਇਕ ਹੋਵੇ, ਭਾਵ ਮੇਰਾ ਜਵਾਈ ਹੋਵੇ। ਉਸ ਨੂੰ ਇਹ ਖਿਆਲ ਹੀ ਭੁੱਲ ਗਿਆ ਕਿ ਵਿਸ਼ਨੂੰ ਤਾਂ ਆਪਣੀ ਪੁਰੀ ਵਿੱਚ ਰਹਿੰਦਾ ਹੈ, ਉਹ ਭਲਾ ਤੇਰੇ ਘਰ ਰਹਿਣ ਲਈ ਆਪਣੀ ਪੁਰੀ ਕਿਵੇਂ ਛੱਡ ਕੇ ਆ ਸਕਦਾ ਹੈ। ਪਰ ਇਹ ਸਾਖੀ ਵੀ ਤਾਂ ਕਿਵੇਂ ਬਣਨੀ ਸੀ। ਸੋ ਇਹ ਗੱਲ ਹੋਈ ਕਿ ਇਸ ਰਾਜੇ ਦੀਆਂ ਇਹ ਗੱਲਾਂ ਸੁਣ ਕੇ ਉਸਨੇ ਫੌਜ ਆਦਿ ਸਭ ਰੱਖਿਆ ਦੇ ਪ੍ਰਬੰਧ ਖਤਮ ਕਰ ਦਿੱਤੇ ਹਨ। ਤਾਂ ਇੱਕ ਨਾਲ ਦੇ ਰਾਜੇ ਨੇ ਇਸ ਰਾਜੇ ਤੇ ਚੜ੍ਹਾਈ ਕਰ ਦਿੱਤੀ। ਉਸ ਰਾਜੇ ਦੀਆਂ ਫੌਜਾਂ ਜਦ ਰਾਜ ਦੇ ਸ਼ਹਿਰ ਦੇ ਨੇੜੇ ਆਉਣ ਲੱਗੀਆਂ, ਜਦੋਂ ਉਤਰੀਆਂ ਤਾਂ ਇਸ ਰਾਜੇ ਨੇ ਆਪਣੇ ਜਵਾਈ ਵਿਸ਼ਨੂੰ ਅੱਗੇ ਪ੍ਰਾਰਥਨਾ ਕੀਤੀ ਕਿ ਮੇਰੀ ਹੁਣ ਸਹਾਇਤਾ ਕਰੋ। ਮੈਂ ਤਾਂ ਤੁਹਾਡੀਆਂ ਆਸਾਂ ਤੇ ਹੀ ਸਭ ਫੌਜਾਂ ਆਦਿ ਹਟਾ ਦਿੱਤੀਆਂ ਹਨ। ਨਕਲੀ ਵਿਸ਼ਨੂੰ ਨੇ ਸੁਣ ਕੇ ਉਸ ਨੂੰ ਧੀਰਜ ਦਿੱਤੀ ਤੇ ਬੜੀਆਂ ਬੜਕਾਂ ਮਾਰੀਆਂ। ਰਾਜਾ ਨਿਸ਼ਚਿੰਤ ਹੋ ਗਿਆ। ਰਾਤ ਪਈ ਤਾਂ ਨਕਲੀ ਵਿਸ਼ਨੂੰ ਨੇ ਸੋਚਿਆ ਕਿ ਹੁਣ ਤਾਂ ਮੇਰੇ ਪਖੰਡ ਦਾ ਪਾਜ ਉਗੜ ਜਾਵੇਗਾ। ਇਸ ਲਈ ਕੀ ਕੀਤਾ ਜਾਵੇ। ਪਖੰਡ ਦਾ ਪਾਜ ਹੀ ਨਹੀਂ ਉਗੜੇਗਾ, ਸਗੋਂ ਪਤਾ ਨਹੀਂ ਮੇਰੀ ਕਿਸ ਹਾਲਤ ਵਿੱਚ ਮੌਤ ਹੋਵੇ, ਕਿੰਨੇ ਦੁੱਖ ਮੈਨੂੰ ਭੋਗਣੇ ਪੈਣ। ਇਸ ਵਿਚਾਰ ਨੇ ਉਸ ਨੂੰ ਡਾਢੀ ਚਿੰਤਾ ਲਾਈ ਤੇ ਉਹ ਅਖੀਰ ਇਸ ਫੈਸਲੇ ਤੇ ਪੁੱਜਾ ਕਿ ਦੁੱਖ ਨਾਲ ਮਰਨ ਤੋਂ ਪਹਿਲਾਂ ਹੀ ਮਰ ਜਾਣਾ ਚਾਹੀਦਾ ਹੈ। ਇਸ ਸ਼ਹਿਰ ਤੋਂ ਕੁਝ ਦੂਰ ਇੱਕ ਨਦੀ ਸੀ। ਇਸ ਨੇ ਮਹੱਲਾ ਤੋਂ ਗਰੜ ਸਮੇਤ ਉਡਾਰੀ ਲਾਈ ਤੇ ਉਸ ਨਦੀ ਤੇ ਜਾ ਪੁੱਜਾ। ਸਲਾਹ ਕੀਤੀ ਕਿ ਇਸ ਵਿੱਚ ਡੁੱਬ ਕੇ ਆਪਣਾ ਆਪ ਖਤਮ ਕਰ ਲਵਾਂ। ਸੋ ਉਹ ਨਦੀ ਵਿੱਚ ਡੁੱਬਣ ਲਈ ਅੱਗੇ ਵਧਿਆ। ਉਸ ਦੀ ਇਹ ਹਰਕਤ ਵੇਖ ਕੇ ਉਧਰ ਅੰਤਰਜਾਮੀ ਵਿਸ਼ਨੂੰ ਜੀ ਨੇ ਵੇਖਿਆ ਕਿ ਇਹ ਮਰ ਗਿਆ ਤਾਂ ਲੋਕਾਂ ਨੇ ਇਹੀ ਕਹਿਣਾ ਹੈ ਕਿ ਵਿਸ਼ਨੂੰ ਡੁੱਬ ਕੇ ਮਰ ਗਿਆ ਹੈ। ਇਸ ਦਾ ਕੀ ਜਾਣਾ ਹੈ, ਅਪ ਜਸ ਤਾਂ ਮੇਰਾ ਹੋਣਾ ਹੈ। ਸੋ ਇਹ ਵਿਚਾਰ ਕੇ ਅਸਲੀ ਵਿਸ਼ਨੂੰ ਜੀ ਅੱਖ ਦੇ ਫੋਰ ਵਿੱਚ ਉੱਥੇ ਪੁੱਜੇ ਤੇ ਨਕਲੀ ਵਿਸ਼ਨੂੰ ਜੀ ਦੀ ਨਦੀ ਵਿੱਚ ਵੜਦਿਆਂ ਦੀ ਬਾਂਹ ਫੜ ਲਈ ਤੇ ਪੁੱਛਿਆ, ਇਹ ਕੀ ਕਰਨ ਲੱਗਾ ਹੈ। ਜੀ ਮੈਂ ਮਰਨ ਲੱਗਾ ਹਾਂ, ਮੈਂ ਬੜਾ ਪਾਪੀ ਹਾਂ, ਮੈਂ ਬੜਾ ਪਖੰਡੀ ਹਾਂ, ਪਰ ਹੁਣ ਇਸ ਮੇਰੇ ਪਖੰਡ ਦਾ ਪਾਜ ਉਗੜ ਜਾਣਾ ਹੈ। ਪਰ ਤੂੰ ਇਹ ਨਹੀਂ ਸੋਚਿਆ ਕਿ ਤੇਰੇ ਇਸ ਤਰ੍ਹਾਂ ਮਰਨ ਨਾਲ ਲੋਕੀ ਕੀ ਕਹਿਣਗੇ। ਲੋਕੀ ਜੋ ਮਰਜ਼ੀ ਕਹਿਣ, ਮੇਰਾ ਤਾਂ ਖਹਿੜਾ ਛੁੱਟ ਜਾਵੇਗਾ।
ਨਹੀਂ, ਮੈਂ ਤੈਨੂੰ ਇਸ ਤਰ੍ਹਾਂ ਨਹੀਂ ਕਰਨ ਦਿਆਂਗਾ। ਤੂੰ ਇਹ ਨਹੀਂ ਸੋਚਿਆ ਕਿ ਤੇਰੇ ਇਸ ਤਰ੍ਹਾਂ ਕਰਨ ਨਾਲ ਲੋਕੀ ਕੀ ਕਹਿਣਗੇ ਕਿ ਸਰਬ ਸ਼ਕਤੀ ਦਾ ਮਾਲਕ ਵਿਸ਼ਨੂੰ ਡੁੱਬ ਕੇ ਮਰ ਗਿਆ ਹੈ। ਜੋ ਵੱਡੇ ਦੇਵਤਿਆਂ ਵਿੱਚੋਂ ਪਰਮੇਸ਼ਰ ਨੇ ਇਹ ਦੇਵਤੇ ਸਾਜੇ ਹਨ। ਸਭ ਤੋਂ ਪਹਿਲਾਂ ਵਿਸ਼ਨੂੰ ਜੀ, ਬ੍ਰਹਮਾ ਜੀ, ਸ਼ਿਵਜੀ ਜੀ, ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਵੀ ਆਪਦੇ ਹੁਕਮ ਵਿੱਚ ਤਾਂ ਨਹੀਂ, ਪਰ ਸ਼ਕਤੀਆਂ ਬਹੁਤ ਵੱਡੀਆਂ ਦਿੱਤੀਆਂ ਇਹਨਾਂ ਨੂੰ। ਮਹਾਰਾਜ ਕਹਿੰਦੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਭਾਵੇਂ ਵੀ ਸ਼ਕਤੀਆਂ ਦੇ ਮਾਲਕ ਹਨ, ਪਰ ਇਹ ਵੀ ਆਪਣੇ ਅਨੁਸਾਰ ਨਹੀਂ ਚੱਲਦੇ। ਇਹ ਵੀ ਜਿਵ ਤਿਸ ਭਾਵੈ ਤਿਵੈ ਚਲਾਵੈ, ਉਹ ਪਰਮੇਸ਼ਰ ਚਲਾਉਂਦਾ ਹੈ। ਸੋ ਇਹ ਜਿਹੜਾ ਵਿਸ਼ਨੂੰ ਨਕਲੀ ਬਣਿਆ ਹੈ। ਫਿਰ ਇਸ ਨਕਲੀ ਬਣੇ ਵਿਸ਼ਨੂੰ ਨੇ ਪੁੱਛਿਆ, ਪਰ ਤੁਸੀਂ ਕੌਣ ਹੋ? ਨਕਲੀ ਵਿਸ਼ਨੂੰ ਕਹਿੰਦਾ, ਮੈਂ ਵਿਸ਼ਨੂੰ ਹਾਂ ਤੇ ਤੈਨੂੰ ਇਸ ਤੋਂ ਰੋਕਣ ਲਈ ਆਪ ਆਇਆ ਹਾਂ। ਨਕਲੀ ਵਿਸ਼ਨੂੰ ਨੂੰ ਜਦ ਇਹ ਪਤਾ ਲੱਗਾ ਤਾਂ ਉਹ ਬਾਹਰ ਨਿਕਲ ਕੇ ਵਿਸ਼ਨੂੰ ਦੀ ਚਰਨੀ ਢਹਿ ਪਿਆ। ਜਿਵੇਂ ਹੋਵੇ ਮੈਨੂੰ ਬਚਾ ਲਓ, ਮੇਰਾ ਗੁਨਾਹ ਬਖਸ਼ ਲਵੋ। ਜਾ ਵਾਪਸ ਮਹੱਲਾ ਨੂੰ ਚਲਾ ਜਾ, ਤੇਰੀ ਥਾਵੇਂ ਸਭ ਕੰਮ ਮੈਂ ਆਪੇ ਕਰ ਲਵਾਂਗਾ। ਪਰ ਮਗਰੋਂ ਤੂੰ ਰਾਜੇ ਕੋਲ ਨਾ ਰਵੀਂ, ਆਪਣੀ ਇਸਤਰੀ ਨੂੰ ਲੈ ਕੇ ਆਪਣੇ ਘਰ ਚਲਾ ਜਾਵੇਂ ਤੇ ਪਖੰਡ ਤਿਆਗ ਦੇ। ਸੋ ਇਉਂ ਉਹ ਵਾਪਸ ਮਹੱਲਾ ਨੂੰ ਆ ਗਿਆ ਤੇ ਵਿਸ਼ਨੂੰ ਜੀ ਨੇ ਸਵੇਰੇ ਐਸੀ ਕਲਾ ਦਿਖਾਈ ਕਿ ਦੁਸ਼ਮਣ ਦੀਆਂ ਫੌਜਾਂ ਨੂੰ ਮੁਕਾਬਲੇ ਤੇ ਲੱਖਾਂ ਫੌਜਾਂ ਸਾਹਮਣੇ ਖਲੋਤੀ ਦਿਖਾਈ ਦਿੱਤੀ। ਇਹ ਵੇਖ ਕੇ ਉਹ ਬਿਨਾਂ ਕੁਝ ਕਰਨ ਤੋਂ ਹੀ ਆਪਣੀਆਂ ਫੌਜਾਂ ਵਾਪਸ ਲੈ ਕੇ ਮੁੜ ਗਿਆ। ਸੋ ਇਉਂ ਇਸ ਨਕਲੀ ਵਿਸ਼ਨੂੰ ਦੀ ਭਗਵਾਨ ਨੇ ਪੈਜ ਰੱਖੀ। ਇਹ ਸਾਖੀ ਉਨੀ ਦਿਨੀ ਆਮ ਮਸ਼ਹੂਰ ਸੀ। ਇਸੇ ਲਈ ਭਗਤ ਜੀ ਨੇ ਬੇਨਤੀ ਕਰਨ ਵੇਲੇ ਦੀ ਮਿਸਾਲ ਦੇ ਕੇ ਪ੍ਰਾਰਥਨਾ ਕੀਤੀ ਹੈ। ਇਸ ਬੇਨਤੀ ਮਗਰੋਂ ਭਗਤ ਸਧਨਾ ਜੀ ਨੂੰ ਆਕਾਸ਼ ਬਾਣੀ ਹੋਈ। ਦੱਸਦੇ ਹਨ ਕਿ ਇਸ ਬੇਨਤੀ ਕਰਨ ਵੇਲੇ ਭਗਤ ਜੀ ਨੂੰ ਅੱਧਾ ਜ਼ਮੀਨ ਵਿੱਚ ਗੱਡਿਆ ਜਾ ਚੁੱਕਾ ਸੀ। ਆਕਾਸ਼ ਬਾਣੀ ਹੋਈ, ਇਹ ਤੇਰੇ ਕਰਮਾਂ ਦਾ ਫਲ ਹੈ, ਹੁਣ ਇਸ ਨੂੰ ਭੋਗ। ਰੋਣਾ ਜਾਂ ਦੁਖੀ ਕਿਉਂ ਹੁੰਦਾ ਹੈ? ਇਹ ਸੁਣ ਕੇ ਸਧਨਾ ਜੀ ਨੇ ਫਿਰ ਬੇਨਤੀ ਕੀਤੀ, ਹੈ ਭਗਵਾਨ, ਕਰਮ ਤਾਂ ਗਿੱਦੜਾਂ ਨਿਆਈ ਹਨ, ਤੇ ਜੇ ਸ਼ੇਰ ਦੀ ਸ਼ਰਨ ਪਿਆ ਵੀ ਗਿੱਦੜਾਂ ਨੇ ਹੀ ਖਾ ਜਾਣਾ ਹੈ, ਤਾਂ ਫਿਰ ਸ਼ੇਰ ਦੀ ਕੀ ਵਡਿਆਈ ਹੋਈ? ਸ਼ੇਰ ਦਾ ਸ਼ੇਰਪੁਣਾ ਕੀ ਹੋਇਆ? ਇਹ ਸੁਣ ਕੇ ਸਧਨਾ ਜੀ ਨੇ ਫਿਰ ਬੇਨਤੀ ਕੀਤੀ, ਭਗਵਾਨ, ਮੇਰੇ ਕਤਲ ਕਰਨ ਲਈ ਤਾਂ ਤਲਵਾਰ ਹੁਣੇ ਚੱਲ ਜਾਣੀ ਹੈ, ਸਿਰ ਮੇਰਾ ਲੱਥ ਜਾਣਾ ਹੈ, ਫਿਰ ਤੇਰੀ ਮਦਦ ਕਦੋਂ ਹੋਵੇਗੀ? ਭਗਤ ਜੀ ਕਹਿੰਦੇ ਹਨ, ਚਾਤਰਿਕ ਇੱਕ ਬੂੰਦ ਲਈ ਤੜਫਦਾ ਤੜਫਦਾ ਮਰ ਜਾਵੇ ਤੇ ਮਰਨ ਮਗਰੋਂ ਉਸ ਨੂੰ ਜੇ ਸਮੁੰਦਰ ਵੀ ਆ ਮਿਲਣ, ਉਸ ਦੇ ਕਿਹੜੇ ਕੰਮ ਹਨ? ਇਸ ਲਈ ਦੇਰ ਨਾ ਕਰੋ, ਮੇਰੀ ਸਹਾਇਤਾ ਲਈ ਪੁੱਜੋ। ਕਹਿੰਦੇ ਹਨ ਇਸ ਮਗਰੋਂ ਫਿਰ ਆਕਾਸ਼ ਬਾਣੀ ਹੋਈ, ਸਧਨਿਆ ਘਬਰਾ ਨਹੀਂ, ਜਰਾ ਸਹਾਰਾ ਤੇ ਕਰ। ਇਹ ਸੁਣ ਕੇ ਸਧਨਾ ਜੀ ਫਿਰ ਬੋਲੇ, ਸਹਾਰਾ ਕਿਵੇਂ ਕਰਾਂ? ਪ੍ਰਾਣ ਤਾਂ ਥੱਕੇ ਪਏ ਹਨ ਤੇ ਨਿਕਲਣ ਵਾਲੇ ਹਨ। ਭਲਾ ਨਦੀ ਵਿੱਚ ਡੁੱਬ ਜਾਣ ਮਗਰੋਂ ਜੇ ਬੇੜੀ ਆ ਪਹੁੰਚੇ ਤਾਂ ਕਿਸ ਕੰਮ ਹੈ? ਜੇ ਜਿਉਂਦੇ ਨੂੰ ਮਦਦ ਨਹੀਂ ਮਿਲ ਰਹੀ ਤਾਂ ਮਰਨ ਮਗਰੋਂ ਇਹ ਸਹਾਇਤਾ ਮੇਰੇ ਕਿਸ ਕੰਮ ਆਵੇਗੀ? ਇਹ ਕਹਿ ਕੇ ਸਧਨਾ ਜੀ ਨੂੰ ਫਿਰ ਆਕਾਸ਼ ਬਾਣੀ ਹੋਈ, ਸਧਨਿਆ ਘਬਰਾ ਨਾ, ਜਰਾ ਠਹਿਰ। ਸਧਨਾ ਜੀ ਪ੍ਰਾਰਥਨਾ ਕਰਕੇ ਇਸ ਵੇਲੇ ਤੱਕ ਮਸਤੀ ਦੇ ਰੰਗ ਵਿੱਚ ਆ ਚੁੱਕੇ ਸਨ। ਕਹਿਣ ਲੱਗੇ, ਹੇ ਪ੍ਰਭੂ, ਮੈਂ ਤਾਂ ਕੁਝ ਵੀ ਨਹੀਂ, ਨਾ ਹੀ ਮੇਰਾ ਕੁਝ ਹੈ, ਇਸ ਲਈ ਇਸ ਭੀੜਾ ਸਮੇਂ ਆਪਣੇ ਜਨ ਦੀ ਲਾਜ ਆਪ ਰੱਖੋ, ਸਹਾਇਤਾ ਕਰੋ। ਦੱਸਦੇ ਹਨ ਕਿ ਉਸ ਸਮੇਂ ਭਗਵਾਨ ਨੇ ਸਧਨੇ ਦੀ ਸਹਾਇਤਾ ਕੀਤੀ। ਉਸ ਨੂੰ ਜ਼ਮੀਨ ਵਿੱਚੋਂ ਗੱਡੇ ਹੋਏ ਨੂੰ ਬਾਹਰ ਕੱਢ ਦਿੱਤਾ। ਹੱਥਾਂ ਵਿੱਚ ਪਏ ਹੋਏ ਸੰਗਲ ਜੜ ਗਏ ਅਤੇ ਸਾਹਮਣੇ ਬੈਠਣ ਲਈ ਮ੍ਰਿਗਸ਼ਾਲਾ ਵਿਛ ਗਈ। ਭਗਤ ਜੀ ਡਾਢੇ ਪ੍ਰਸੰਨ ਹੋਏ ਅਤੇ ਪ੍ਰਭੂ ਦੇ ਗੁਣ ਗਾਉਣ ਲਈ
ਉਸ ਉੱਤੇ ਬੈਠ ਗਿਆ। ਉਧਰੋਂ ਰਾਜੇ ਨੂੰ ਖਬਰ ਹੋਈ ਤੇ ਉਹ ਸਧਨਾ ਜੀ ਦੀ ਪੈਰੀ ਪੈ ਗਿਆ ਤੇ ਭੁੱਲ ਦੀ ਮਾਫੀ ਮੰਗੀ। ਇਉਂ ਸਾਧ ਸੰਗਤ ਜੀ, ਪ੍ਰਭੂ ਨੇ ਆਪਣੇ ਭਗਤਾਂ ਦੀ ਜੈ ਜੈਕਾਰ ਕਰਾਉਂਦਾ ਆਇਆ ਹੈ, ਕਰ ਰਿਹਾ ਹੈ ਤੇ ਕਰਦਾ ਰਹੇਗਾ। ਸੋ ਇਸ ਭਗਤ ਦੀ ਵੀ ਵਾਹਿਗੁਰੂ ਨੇ ਜੈ ਜੈਕਾਰ ਕਰਾ ਦਿੱਤੀ। ਵੇਖਣ ਵਾਲੇ ਅਸ਼ ਅਸ਼ ਕਰ ਉੱਠੇ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ। RAM ਰਾਜੇ ਉਹ ਪੈਜ ਰੱਖਦਾ ਹੈ, ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।